करते राख मैं निमाणी है, तू करते राख मैं निमाणी है। आवाज सुनन वाले समूह श्रोता जनो, गुरु के खालसिओ फतेह दी सांझ पाउणी। वाहिगुरु जी का खालसा, वाहिगुरु जी की फतेह। ਆਪਾਂ ਸ਼ੁਰੂ ਕੀਤਾ ਸੀ 5 ਕਕਾਰ। 2 ਕਕਾਰ ਆਪਾਂ ਕੱਲ ਵਿਚਾਰੇ ਸਨ। ਤੀਜਾ ਕਕਾਰ ਹੈ ਕਿਰਪਾਨ। ਆਓ ਸ਼ੁਰੂ ਕਰੀਏ। ਕਿਰਪਾਨ ਜਿਹਾ ਕਿ ਇਸ ਦੇ ਨਾਮ ਤੋਂ ਹੀ ਪ੍ਰਗਟ ਹੈ। ਇਹ ਸ਼ਬਦ 2 ਸ਼ਬਦਾਂ ਕਿਰਪਾ ਅਤੇ ਆਨ ਦੇ ਸੁਮੇਲ ਤੋਂ ਬਣਿਆ ਹੈ। ਕਿਰਪਾ ਦਾ ਭਾਵ ਕਿਸੇ ਨਿਮਾਣੇ ਮਜ਼ਲੂਮ ਗਊ ਗਰੀਬ ਦੀ ਰੱਖਿਆ ਕਰਨੀ। ਆਨ ਦਾ ਭਾਵ ਇੱਜ਼ਤ ਸਤਿਕਾਰ ਅਤੇ ਸਵੈ ਮਾਨ ਨੂੰ ਕਾਇਮ ਰੱਖਣਾ। ਆਪਣੀ ਆਨ ਸ਼ਾਨ ਨੂੰ ਕਾਇਮ ਰੱਖਦੇ ਹੋਏ ਕਿਸੇ ਉੱਤੇ ਜ਼ੁਲਮ ਨਹੀਂ ਕਰਨਾ। ਕਿਰਪਾਨ ਤੋਂ ਸਦਾ ਕਾਲ ਨੂੰ ਚੇਤੇ ਰੱਖਣਾ ਹੈ। ਕਿਰਪਾਨ ਆਪਣੀ ਰੱਖਿਆ ਵਾਸਤੇ ਢਾਲ ਦੀ ਨਿਆਈ ਹੈ। ਗਰੀਬਾਂ ਦੀ ਰੱਖਿਆ ਵਾਸਤੇ ਤਲਵਾਰ ਰੂਪ ਕਰਕੇ ਵਰਤਣੀ। ਧੀਰਜ ਅਤੇ ਖਿਮਾ ਧਾਰਨ ਕਰਨੀ। ਕਿਰਪਾਨ ਸਦਾ ਗਾਤਰੇ ਰੱਖਣੀ, ਕਦੇ ਵੀ ਸਰੀਰ ਤੋਂ ਦੂਰ ਨਹੀਂ ਕਰਨੀ। ਅਕਾਲ ਪੁਰਖ ਦਾ ਸ਼ਸਤਰ ਹੈ। ਜਾਂ ਕੀ ਤੁਝਾ ਬਿਖੈ ਅਸ ਸੋ ਹੈ। ਅਸਕੇਤ ਖੜਗ ਕੇਤ ਅਸ ਤੁਜ ਸਭ ਪਰਮੇਸ਼ਰ ਦੇ ਨਾਮ ਹਨ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦਾ ਲਿਹੋ ਉਬਾਰੀ। ਦਸਮ ਕਿਰਪਾਨ ਪਾਣ ਧਾਰਿਯੰ, ਕਰੋੜ ਪਾਪ ਟਾਰਿਯੰ। ਦਸਮ ਕਰੋੜਾਂ ਪਾਪਾਂ ਨੂੰ ਟਾਲਣ ਵਾਲੀ ਕਿਰਪਾਨ ਸਦਾ ਕੋਲ ਰੱਖਣੀ, ਜੋ ਕਿ ਲੋਹੇ ਦੀ ਹੋਣ ਕਰਕੇ ਗੁਪਤ ਰੂਹਾਂ ਤੋਂ ਵੀ ਰੱਖਿਆ ਕਰਦੀ ਹੈ। ਆਮ ਲੋਕ ਬੱਚੇ ਦੇ ਜੰਮਣ ਤੋਂ ਉਸ ਦੇ ਮੰਜੇ ਤੇ ਕਿਰਪਾਨ ਰੱਖਦੇ ਹਨ, ਤਾਂ ਕਿ ਕਿਸੇ ਗੁਪਤ ਰੂਹ ਦਾ ਜਾਂ ਕਿਸੇ ਦੇ ਕੀਤੇ ਟੂਣੇ ਜਾਂ ਜੰਤਰ ਮੰਤਰ ਦਾ ਅਸਰ ਬੱਚੇ ਤੇ ਨਾ ਪਵੇ। ਗੁਰੂ ਘਰ ਵਿੱਚ ਤਾਂ ਗੁਰਬਾਣੀ ਦਾ ਪਾਠ ਕਰਨ ਕਰਕੇ ਹੀ ਤੰਤ ਮੰਤ ਨਹਿ ਜੋਹਈ ਤਿਤ ਚਾਖ ਨਾ ਲਾਗੈ। ਪਰ ਜੇ ਉਹਨਾਂ ਦੀ ਗੱਲ ਮੰਨ ਵੀ ਲਈਏ ਤਾਂ ਫਿਰ ਕਿਰਪਾਨ ਹਰ ਸਮੇਂ ਪਹਿਰਨ ਤੋਂ, ਇਹਨਾਂ ਸਾਰੀਆਂ ਦੁਰਘਟਨਾਵਾਂ ਤੋਂ ਕਿਰਪਾਨ ਸੁਤੇ ਸਿੱਧ ਹੀ ਬਚਾਉਂਦੀ ਹੈ। ਇਸ ਵਾਸਤੇ ਕਿਰਪਾਨ ਸਾਰੀ ਉਮਰ ਰੱਖਣੀ ਬਹੁਤ ਹੀ ਜ਼ਰੂਰੀ ਹੈ। ਪਰ ਤੱਖ ਦੁਸ਼ਮਣਾਂ ਤੋਂ ਵੀ ਬਚਾਉਂਦੀ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਰਪਾਨ ਪ੍ਰਤੀ ਇੰਨਾ ਪ੍ਰੇਮ ਸ਼ਰਧਾ ਅਤੇ ਸਤਿਕਾਰ ਹੈ, ਜੋ ਆਪ ਮੁਹਾਰੇ ਉਹਨਾਂ ਦੀ ਲਿਖਤ ਵਿੱਚੋਂ ਫੁੱਟ ਫੁੱਟ ਪੈ ਰਿਹਾ ਹੈ। ਫਰਮਾਉਂਦੇ ਹਨ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ, ਯਹ ਹਮਾਰਾ ਪੀਰ। ਦਸਮ ਬਾਣੀ। ਇਸ ਦੋਹਰੇ ਵਿੱਚ ਹਿੰਦੂ ਸਮਾਜ ਉੱਤੇ ਛਾਏ ਹੋਏ ਕਮਜ਼ੋਰ ਅਤੇ ਨਿਤਾਣੇ ਬ੍ਰਾਹਮਣੀਵਾਦ ਉੱਤੇ ਭਾਰੀ ਸੱਟ ਮਾਰੀ ਹੈ। ਬ੍ਰਾਹਮਣਾਂ ਦੇ ਪਰਪੰਚ ਨੂੰ ਇੱਕ ਹਵਨ ਰਾਹੀਂ ਨੰਗੇ ਕਰਕੇ ਰੱਖ ਦਿੱਤਾ। ਉਸ ਸਮੇਂ ਉਹਨਾਂ ਇਹ ਦੋਹਰਾ ਉਚਾਰਦਿਆਂ ਕਿਹਾ ਕਿ ਕਿਰਪਾਨ ਹੀ ਸਾਡੀ ਚੰਡੀ ਹੈ, ਜੋ ਲੋਕ ਪਰਲੋਕ ਵਿੱਚ ਸਾਡੀ ਰੱਖਿਆ ਕਰੇਗੀ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਮੇਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨੀਆਂ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਬ੍ਰਹਮ ਗਿਆਨੀ ਨੇ ਵੀ ਆਪਣੀ ਵਡੇਰੀ ਉਮਰ ਵਿੱਚ ਕਿਰਪਾਨ ਧਾਰਨ ਕੀਤੀ, ਜਿਸ ਦੇ ਦਰਸ਼ਨ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਹਰ ਰੋਜ਼ ਰਾਤ ਨੂੰ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ 7ਵੇਂ 8ਵੇਂ ਅਤੇ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸ੍ਰੀ ਸਾਹਿਬਾਂ ਧਾਰਨ ਕੀਤੀਆਂ।
ਕਿਰਪਾਨ ਘੱਟ ਤੋਂ ਘੱਟ 9 ਇੰਚ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਭਾਵੇਂ ਕਈ ਲੋਕ ਕੇਸਾਂ ਵਿੱਚ ਜਾਂ ਗਾਲ ਵਿੱਚ ਧਾਗੇ ਵਿੱਚ ਪਾ ਕੇ ਰੱਖਦੇ ਹਨ, ਪਰ ਇਹ ਗੁਰਮਰਿਆਦਾ ਨਹੀਂ ਹੈ, ਇਹ ਮਨਮਤ ਹੈ। ਕਿਰਪਾਨ ਕੇਵਲ ਵਿਖਾਵੇ ਜਾਂ ਦਿਲ ਪਰਚਾਵੇ ਲਈ ਨਹੀਂ, ਸਗੋਂ ਇੱਕ ਮਹਾਨ ਸ਼ਸਤਰ ਹੈ। ਜਿਸ ਤਰ੍ਹਾਂ ਇੱਕ ਸਿਪਾਹੀ ਮੈਦਾਨੇ ਜੰਗ ਵਿੱਚ ਅਸਲ ਬੰਦੂਕ ਦੀ ਥਾਂ ਉਸ ਦਾ ਚਿੱਤਰ ਲੈ ਜਾਵੇ ਤਾਂ ਉਸ ਨੂੰ ਬਿਲਕੁਲ ਕੋਈ ਵੀ ਲਾਭ ਨਹੀਂ ਹੋਵੇਗਾ। ਕਿਰਪਾਨ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੇ ਲਾ ਸਿਧਾਨੋ। ਗੁਰਬਿਲਾਸ ਪਾਤਸ਼ਾਹੀ 10ਵੀਂ, ਭਾਈ ਸੁੱਖਾ ਸਿੰਘ। ਖਗ ਖੰਡ ਬਿਹੰਡੰ ਖਲਦਲ ਖੰਡੰ, ਆਤਰਣ ਮੰਡੰ ਬਰ ਮੰਡੰ, ਪੁਜ ਦੰਡ ਅਖੰਡੰ ਤੇਜ ਪ੍ਰਚੰਡੰ, ਜੋਤ ਅਮੰਡੰ ਭਾਣ ਪ੍ਰਵੰਗ, ਸੁਖ ਸੰਤਾ ਕਰਣੰ ਦੁਰਮਤ ਦਰਣੰ, ਕਿਲਬਿਕ ਹਰਣੰ ਅਸ ਸਰਣੰ, ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ, ਮਮ ਪ੍ਰਤਪਾਰਨ ਜੈ ਤੇਗੰ। 10 ਸਿਰੀ ਅਸ ਧੁਜ ਜਬ ਭਏ ਦਇਆਲਾ, ਸਿਰੀ ਅਸਕੇਤ ਜਗਤ ਕੇ ਈਸਾ। 10 ਬਾਣੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਸਿੱਖ ਸੰਗਤਾਂ ਪ੍ਰਤੀ ਹੁਕਮਨਾਮੇ ਵਿੱਚ ਇਉਂ ਲਿਖਦੇ ਹਨ: ਸੰਗਤ ਹਥਿਆਰ ਬਨ ਕੇ ਦਰਸ਼ਨ ਆਵਣਾ, ਜੋ ਸਿੱਖ ਹਥਿਆਰ ਬੰਦ ਕੇ ਦਰਸ਼ਨ ਆਵੇਗਾ ਸੋ ਨਿਹਾਲ ਹੋਗ। ਹੁਕਮ ਹੈ ਰਹਿਤ ਨਾਮੇ ਪਿਆਰਾ ਸਿੰਘ ਪਦਮ। ਭਾਈ ਨੰਦ ਲਾਲ ਸਿੰਘ ਜੀ ਤਨਖਾਹ ਨਾਮੇ ਵਿੱਚ ਲਿਖਦੇ ਹਨ ਕਿ ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ, ਖਾਲਸਾ ਸੋਏ ਸ਼ਸਤਰ ਕੋ ਧਾਰੈ, ਖਾਲਸਾ ਸੋਏ ਦੁਸ਼ਟ ਕੋ ਮਾਰੈ। ਇਸੇ ਤਰ੍ਹਾਂ ਭਾਈ ਚੌਪਾ ਸਿੰਘ ਜੀ ਛਿੱਬਰ ਆਪਣੇ ਰਹਿਤਨਾਮੇ ਵਿੱਚ ਕਿਰਪਾਨ ਦੇ ਸਤਿਕਾਰ ਸੰਬੰਧੀ ਬਹੁਤ ਸੁੰਦਰ ਲਿਖਦੇ ਹਨ। ਗੁਰੂ ਕਾ ਸਿੱਖ ਸ੍ਰੀ ਸਾਹਿਬ ਦਾ ਅਦਬ ਕਰੇ, ਪੂਜਾ ਕਰੈ। ਆਪ ਸਾਹਿਬ ਪੂਜਾ ਕੀਤੀ ਹੈ। ਗੁਰੂ ਕਾ ਸਿੱਖ ਕਰਦ ਭੇਟ ਕੀਏ ਬਿਨਾ ਪ੍ਰਸ਼ਾਦ ਨਾ ਛਕੇ। ਸ਼ਸਤਰਹੀਨ ਕਬਹੂ ਨਹਿ ਕੋਈ, ਰਹਿਤਵੰਤ ਖਾਲਸਾ ਸੋਈ। ਰਹਿਤਨਾਮਾ ਭਾਈ ਦੇਸਾ ਸਿੰਘ ਜੀ। ਮੋਰ ਬਚਨ ਸੋ ਕਰਹੁ ਪਿਆਰਾ, ਖੜਗ ਕੇਤ ਹੈ ਰਛਕ ਥਾਰਾ। ਝੂਠੇ ਸਰਬ ਉਪਾਵ ਤਿਆਗੋ, ਸ੍ਰੀ ਅਸਤੁਜ ਕੀ ਚਰਨੀ ਲਾਗੋ। ਪੋਥੀ ਗ੍ਰੰਥ ਮਹਿਲ 10 ਬਾਨੀ, ਸੋਧ ਲਹੋ ਪਦ ਜੋ ਨਿਰਬਾਨੀ। ਸ਼ਸਤਰ ਅਸਤਰ ਸਿਮਰਹੁ ਬਰ ਬੁੱਧਾ, ਖਲ ਦਲ ਸਾਥ ਕਰਹੁ ਨਿਤ ਜੁੱਧਾ। ਗੁਰਬਿਲਾਸ ਪਾਤਸ਼ਾਹੀ 10ਵੀਂ, ਭਾਈ ਸੁੱਖਾ ਸਿੰਘ ਜੀ। ਅੱਜ ਕੱਲ੍ਹ ਕਈ ਨਾਸਤਕ ਲੋਕ ਗੁਰੂ ਮਹਾਰਾਜ ਦੁਆਰਾ ਬਖਸ਼ੀ ਹੋਈ ਇਸ ਮਹਾਨ ਦਾਤ ਬਾਰੇ ਬਿਨਾਂ ਸਮਝੇ ਕਹਿ ਦਿੰਦੇ ਹਨ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਜਦੋਂ ਕਿ ਐਟਮ ਬੰਬ, ਟੈਂਕ, ਤੋਪਾਂ, ਜਹਾਜ਼ ਆਦਿਕ ਮਾਰੂ ਹਥਿਆਰ ਬਣ ਗਏ ਹਨ ਤਾਂ ਇਸ ਕਿਰਪਾਨ ਦੀ ਕੀ ਜ਼ਰੂਰਤ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਦੋਂ ਕਿਸੇ ਰਸਤੇ ਵਿੱਚ ਜਾ ਰਹੇ ਹੋਣ, ਜੇ ਕੋਈ ਉਹਨਾਂ ਦੀ ਇੱਜ਼ਤ ਜਾਂ ਸਤਿਕਾਰ ਨੂੰ ਹਾਨੀ ਪਹੁੰਚਾਉਂਦਾ ਹੈ, ਉੱਥੇ ਉਹ ਕਿਸੇ ਨੂੰ ਟੈਲੀਫੋਨ ਜਾਂ ਵਾਇਰਲੈਸ ਕਰਕੇ ਹਵਾਈ ਜਹਾਜ਼, ਟੈਂਕ ਜਾਂ ਤੋਪ ਦੀ ਮਦਦ ਲਵੇਗਾ। ਉੱਥੇ ਕੇਵਲ ਗੁਰੂ ਮਹਾਰਾਜ ਜੀ ਦੀ ਬਖਸ਼ੀ ਇਹ ਕਿਰਪਾਨ ਹੀ ਕੰਮ ਦੇਵੇਗੀ। ਸੋ ਕਿਰਪਾਨ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਕਦੇ ਵੀ ਕਿਰਪਾਨ ਸ਼ਸਤਰ ਦੇ ਉੱਪਰ ਦੀ ਨਹੀਂ ਲੰਘਣਾ ਚਾਹੀਦਾ। ਕੇਸੀ ਇਸ਼ਨਾਨ ਕਰਦੇ ਸਮੇਂ ਕਿਰਪਾਨ ਕਮਰ ਕੱਸੇ ਨਾਲ ਅਤੇ ਪਿੰਡੇ ਇਸ਼ਨਾਨ ਕਰਦੇ ਸਮੇਂ ਸੀਸ ਤੇ ਸਜਾਉਣੀ ਚਾਹੀਦੀ ਹੈ। ਕਿਰਪਾਨ ਦੇ ਨਾਲ ਸਬਜ਼ੀ ਆਦਿਕ ਚੀਰਨਾ ਜਾਂ ਹੋਰ ਕਿਸੇ ਕੰਮ ਲਈ ਵਰਤਣਾ, ਇਸ ਦੇ ਸਤਿਕਾਰ ਵਿੱਚ ਫਰਕ ਪਾਉਣਾ। ਕਿਰਪਾਨ ਕੇਵਲ ਕੜਾਹ ਪ੍ਰਸ਼ਾਦ ਅਤੇ ਲੰਗਰ ਨੂੰ ਭੋਗ ਲਵਾਉਣ ਵਾਸਤੇ ਅਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਸਰੀਰ ਦੀ ਰੱਖਿਆ ਲਈ
ਢਾਲ ਦੇ ਤੌਰ ਤੇ ਵਰਤੀ ਜਾ ਸਕਦੀ ਹੈ। ਹੁਣ ਚੌਥਾ ਕਕਾਰ ਹੈ ਕੇਸ। ਕੇਸ ਸ਼ਬਦ ਵੀ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ। ਕੇ ਦਾ ਭਾਵ ਸਿਰ ਅਤੇ ਸੱਸੇ ਦਾ ਭਾਵ ਸੁੰਦਰਤਾ। ਸਿਰ ਦੀ ਸੁੰਦਰਤਾ ਨੂੰ ਵਧਾਉਣ ਵਾਲੇ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਤਾਜ ਨੂੰ ਕੇਸਾਂ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਕੇਸ ਆਪਣੇ ਵੱਲੋਂ ਬਣਾਈ ਕੋਈ ਚੀਜ਼ ਨਹੀਂ, ਸਗੋਂ ਉਸ ਵਾਹਿਗੁਰੂ ਵੱਲੋਂ ਸਰੀਰ ਦੀ ਸਜਾਵਟ ਅਤੇ ਸਰੀਰ ਦੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਵਿਗਿਆਨਿਕ ਤੌਰ ਤੇ ਵੀ ਬਹੁਤ ਹੀ ਲਾਭਦਾਇਕ ਹਨ। ਵਾਹਿਗੁਰੂ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ। ਪਰਮੇਸ਼ਰ ਵੀ ਕੇਸਾਧਾਰੀ ਹੈ। ਨਿਰਾਹਾਰੀ ਕੇਸਵ ਨਿਰਵੈਰਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਜਿੰਨੇ ਪੀਰ ਪੈਗੰਬਰ ਅਵਤਾਰ ਰਿਖੀ ਮੁਨੀ ਤਪਸਵੀ ਆਚਾਰਿਆ ਹੋਏ ਹਨ, ਸਭ ਕੇਸਾਧਾਰੀ ਹੋਏ ਹਨ। ਇਹ ਪਰਮੇਸ਼ਰ ਦੀ ਬਖਸ਼ਿਸ਼ ਤੇ ਉਸ ਦੇ ਹੁਕਮ ਨਾਲ ਦਾਤ ਮਿਲੀ ਹੈ। ਕੇਸਾਂ ਦੇ ਬੇਅਦਬੀ ਜਾਂ ਵਿਗਾੜਨਾ ਪਰਮੇਸ਼ਰ ਦੇ ਹੁਕਮ ਦੀ ਅਦੂਲੀ ਕਰਨਾ ਹੈ। ਸਾਬਤ ਸੂਰਤ ਦਸਤਾਰ ਸਿਰਾ, ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਸਰੀਰ ਨੂੰ ਸਾਬਤ ਰੱਖਣਾ, ਭਾਵ ਅਕਾਲ ਪੁਰਖ ਵੱਲੋਂ ਬਖਸ਼ੇ ਕੇਸਾਂ ਨੂੰ ਕਾਇਮ ਰੱਖਿਆ ਜਾਵੇ। ਇਹਨਾਂ ਦਾ ਅਦਬ ਅਤੇ ਸਤਿਕਾਰ ਕਰਨ ਲਈ ਸੋਹਣੀ ਦਸਤਾਰ ਪੱਗ ਸਜਾਈ ਜਾਵੇ। ਕੇਸ ਸਰੀਰ ਦੇ ਬਾਕੀ ਅੰਗਾਂ ਵਾਂਗ ਵੱਧਦੇ ਫੁੱਲਦੇ ਠੰਡ ਜਾਂ ਗਰਮੀ ਨੂੰ ਮਹਿਸੂਸ ਕਰਦੇ ਹਨ। ਮਨੁੱਖੀ ਜੀਵਨ ਪੰਧ ਵਿੱਚ ਇਹ ਮੇਲ ਪੱਥਰਾਂ ਵਾਂਗ ਹਨ। ਜੈਸਾ ਕਿ ਕਾਲੇ ਕੇਸ ਜਵਾਨੀ ਦੀ ਨਿਸ਼ਾਨੀ ਹਨ, ਕੇਸਾਂ ਦਾ ਸਫੈਦ ਹੋਣਾ ਜੀਵਨ ਪੰਧ ਦੀ ਅਖੀਰਲੀ ਮੰਜ਼ਿਲ ਦਾ ਸੰਕੇਤ ਹੈ। ਕੇਸ ਮਰਦਾਨਗੀ ਨੂੰ ਪ੍ਰਗਟਾਉਂਦੇ ਹਨ। ਕੇਸ ਭਾਵੇਂ ਸਰੀਰ ਤੇ ਹੋਣ ਭਾਵੇਂ ਮੁੱਖ ਤੇ, ਮਨੁੱਖੀ ਸ਼ਖਸੀਅਤ ਦਾ ਰੂਹਾਨੀ ਨਿਖਾਰ ਹੈ। ਕੇਸ ਸਾਂਝੀ ਵਾਲਤਾ ਦੀ ਹਾਮੀ ਭਰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਕੇਸਾਧਾਰੀ ਮਤ ਕੇਵਲ ਇੱਕ ਕੇਸਾਧਾਰੀ ਪਰਮਾਤਮਾ ਦੀ ਪੂਜਾ ਕੇਵਲ ਇੱਕ ਹੀ ਕੁਦਰਤੀ ਰੂਪ ਵਿੱਚ ਇਕੱਤਰ ਕਰਨ ਦਾ ਸੱਦਾ ਦਿੰਦਾ ਹੈ। ਸਾਬਤ ਸੂਰਤ ਦਸਤਾਰ ਸਿਰਾ ਦਾ ਆਦਰਸ਼ ਸਭ ਨੂੰ ਇੱਕੋ ਸਰੂਪ ਧਾਰਨ ਕਰਨ ਅਤੇ ਸਭ ਨੂੰ ਇੱਕੋ ਜਿਹੀ ਜੀਵਨ ਜਾਚ ਜਨਾਉਣ ਦਾ ਇੱਕ ਸਰਵੋਤਮ ਉਪਦੇਸ਼ ਹੈ। ਖਾਲਸਾ ਸਜਦਾ ਹੀ ਕੇਸਾਂ ਨਾਲ ਹੈ। ਕੇਸ ਮਨੁੱਖ ਦਾ ਤਾਜ ਹਨ। ਕੇਸਾਂ ਨਾਲ ਹੀ ਮਨੁੱਖ ਸੋਭਨੀਕ, ਚੰਗੇ ਪ੍ਰਭਾਵ ਵਾਲਾ ਅਤੇ ਰੋਬ ਵਾਲਾ ਬਣਦਾ ਹੈ। ਜਿਵੇਂ ਰਾਜੇ ਮਹਾਰਾਜਿਆਂ ਨੂੰ ਤਾਜ ਪਹਿਨਣ ਕਰਕੇ ਵੱਡੇ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ, ਐਵੇਂ ਖਾਲਸੇ ਨੂੰ ਕੇਸਾਂ ਰੂਪੀ ਤਾਜ ਹੋਣ ਕਰਕੇ ਸਰਦਾਰੀ ਦੀ ਉੱਚੀ ਪਦਵੀ ਪ੍ਰਾਪਤ ਹੈ। ਗੁਰੂ ਕਾ ਸਿੱਖ ਦਾੜੇ ਕੇਸ ਦਸਤਾਰ ਵਾਲਾ ਭਾਵੇਂ ਕਿੰਨਾ ਵੀ ਨਿਰਧਨ ਜਾਂ ਕਮਜ਼ੋਰ ਹੋਵੇ, ਫਿਰ ਵੀ ਉਸ ਨੂੰ ਹਰ ਕੋਈ ਸਰਦਾਰ ਜੀ ਕਹਿ ਕੇ ਸਤਿਕਾਰਦਾ ਹੈ। ਇਹ ਸਰਦਾਰੀਆਂ 10ਵੇਂ ਪਾਤਸ਼ਾਹ ਜੀ ਨੇ ਸਰਬੰਸ ਵਾਰ ਕੇ ਅਤੇ ਅਨੇਕਾਂ ਸਿੰਘਾਂ ਨੇ ਕੁਰਬਾਨੀਆਂ ਕਰਕੇ ਬਖਸ਼ੀਆਂ, ਜਿਨ੍ਹਾਂ ਨੂੰ ਸਾਂਭ ਕੇ ਰੱਖਣਾ ਸਾਡੇ ਲਈ ਅਤਿਅੰਤ ਜ਼ਰੂਰੀ ਹੈ। ਗੁਰੂ ਘਰ ਵਿੱਚ ਨਿਰਗੁਣ ਤੇ ਸਰਗੁਣ ਦੀ ਏਕਤਾ ਹੈ। ਗੁਰਬਾਣੀ ਵਿੱਚ ਦੋਹਾਂ ਦੀ ਅਭੇਦਤਾ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਤੇ ਸਰਗੁਣ ਥੀਆ, ਜਿਵੇਂ ਮੂਲ ਮੰਤਰ ਵਿੱਚ ਦੋਹਾਂ ਸਰੂਪਾਂ ਦਾ ਇਕੱਠਾ ਹੀ ਵਰਣਨ ਕੀਤਾ ਹੈ, ਹੋਰ ਸਭ ਗੁਰਬਾਣੀ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਨਿਹ ਕੰਟਕ ਨਿਹ ਕੇਵਲ ਕਹੀਐ, ਧਨੰਜੇ ਜਲ ਥਲ ਹੈ ਮਹੀਐ। ਮਿਰਤ ਲੋਕ ਭਇਆਲ ਸਮੀਪਤ, ਅਸਥਿਰ ਥਾਨ ਜਿਸ ਹੈ ਅਭੱਗਾ। ਨਿਰੰਕਾਰ ਅਛਲ ਅਡੋਲੋ, ਜੋਤ ਸਰੂਪੀ ਸਭ ਜਗ ਮੌਲੋ। ਨਿਰਾਹਾਰੀ ਨਿਰਵੈਰ ਸਮਾਇਆ। ਇਹ ਨਿਰਗੁਣ ਦਾ ਕਥਨ ਹੈ। ਥੱਲੇ ਸਰਗੁਣ ਬਾਰੇ ਫਰਮਾਉਂਦੇ ਹਨ। ਧਾਰ ਖੇਲ
ਚਤੁਰਭੁਜ ਕਹਾਇਆ। ਸਾਵਲ ਸੁੰਦਰ ਰੂਪ ਬਣਾਵਹਿ, ਬੇਨ ਸੁਨਤ ਸਭ ਮੋਹੈਗਾ। ਸਗੋਂ ਸਰਗੁਣ ਸਰੂਪ ਦੇ ਅੰਗ ਪ੍ਰਤੰਗ ਦੱਸਦਿਆਂ ਕੇਸਾਂ ਦੀ ਉਪਮਾ ਹਰੇਕ ਥਾਂ ਹੀ ਕੀਤੀ ਹੈ। ਜੈਸੇ ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਨਿਰਾਹਾਰੀ ਕੇਸਵ ਨਿਰਵੈਰਾ। ਵਾਹਿਗੁਰੂ ਆਹਾਰ ਰਹਿਤ ਨਿਰਵੈਰ, ਪਰ ਕੇਸਾਂ ਵਾਲਾ ਹੈ। ਭਗਤਾਂ ਨੂੰ ਵੀ ਕੇਸਾ ਧਾਰੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਜੈਸੇ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ। ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜ ਹੈ ਸੋ ਹੋਏਗਾ। ਇੱਕ ਚਿੰਨ੍ਹ ਦੇ ਚੇਤੇ ਆਉਣ ਤੋਂ ਸਾਰਾ ਸਰੂਪ ਹੀ ਯਾਦ ਆ ਜਾਂਦਾ ਹੈ। ਜਿਵੇਂ ਮੁਰਲੀ ਮਨੋਹਰ ਬੰਸਰੀ ਵਾਲਾ ਕਹਿਣ ਤੋਂ ਉਸ ਵੇਲੇ ਜੂੜੇ ਵਾਲੇ ਕ੍ਰਿਸ਼ਨ ਜੀ ਦੀ ਯਾਦ ਆਉਂਦੀ ਹੈ। ਇਸੇ ਤਰ੍ਹਾਂ ਕਲਗੀਆਂ ਵਾਲੇ ਕਹਿਣ ਤੋਂ ਝੱਟ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੋਹਣਾ ਦਾੜੇ ਕੇਸਾਂ ਵਾਲਾ ਸਜਿਆ ਧਜਿਆ ਸਰੂਪ ਸਾਹਮਣੇ ਆ ਜਾਂਦਾ ਹੈ। ਇਵੇਂ ਕੇਸਵ ਦਾ ਨਾਮ ਸੁਣ ਕੇ ਪਰਮੇਸ਼ਰ ਚੇਤੇ ਆ ਜਾਂਦਾ ਹੈ, ਕਿਉਂਕਿ ਪਰਮਾਤਮਾ ਕੇਸਾ ਧਾਰੀ ਹੋਣ ਕਰਕੇ ਉਸ ਦਾ ਨਾਮ ਕੇਸਵ ਪਿਆ ਹੈ। ਉਸ ਨੂੰ ਮਿਲਣ ਵਾਸਤੇ ਕੇਸੋ ਵਰਗੀ ਹੀ ਸ਼ਕਲ ਸੂਰਤ ਬਣਾਉਣੀ ਪਵੇਗੀ ਤੇ ਉਸ ਨੂੰ ਹਰ ਵੇਲੇ ਚੇਤੇ ਕਰਨ ਤੋਂ ਹੀ ਉਹ ਮਿਲੇਗਾ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਏ ਅਸਾਰ। ਰਾਤ ਦਿਵਸ ਕੇ ਕੂਕਨੇ, ਕਭੂ ਕੇ ਸੁਨੇ ਪੁਕਾਰ, ਕਭੂ ਕੇ ਸੁਨੈ ਪੁਕਾਰ। ਸੋ ਕੇਸ ਰੱਖ ਕੇ ਵਾਹਿਗੁਰੂ ਨੂੰ ਸਵਾਸ ਸਵਾਸ ਯਾਦ ਕਰਕੇ ਉਸ ਨੂੰ ਪ੍ਰਾਪਤ ਕਰ ਸਕੀਦਾ ਹੈ। ਜਦੋਂ ਸਰਗੁਣ ਸਰੂਪ ਪ੍ਰਗਟ ਹੋ ਗਿਆ ਤਾਂ ਵਾਚ ਅਰਥ ਦਾ ਤਿਆਗ ਕਰਕੇ ਨਿਰਗੁਣ ਸਰੂਪ ਦੀ ਲਖਤਾ ਵੀ ਹੋ ਜਾਵੇਗੀ। ਦੁਨੀਆ ਵਿੱਚ ਹਰ ਮਨੁੱਖ ਆਪਣੇ ਪਿਆਰੇ ਦੇ ਸਤਿਕਾਰ ਕਰਨ ਲਈ ਚਾਅ ਨਾਲ ਆਪਣੀ ਸਭ ਤੋਂ ਕੀਮਤੀ ਚੀਜ਼ ਪੇਸ਼ ਕਰਦਾ ਹੈ, ਪਰ ਸਤਿਗੁਰਾਂ ਨੇ ਰੱਬ ਦੇ ਪਿਆਰੇ ਸਾਧੂਆਂ ਸੰਤਾਂ ਦੀ ਸੇਵਾ ਕਰਨ ਲਈ ਸਭ ਤੋਂ ਉੱਚਤਮ ਵਸਤੂ ਕੇਸਾਂ ਨਾਲ ਆਦਰ ਤੇ ਸਤਿਕਾਰ ਕਰਨਾ ਚੰਗਾ ਸਮਝਿਆ। ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋ ਬਾਲ। ਕੇਸ ਸੰਗ ਦਾਸ ਪੱਗ ਝਾਰੋ, ਇਹ ਮਨੋਰਥ ਮੋਰ। ਸੰਤਾ ਮਾਨੋ ਦੂਤਾ ਡਾਨੋ, ਇਹ ਕੁਟਵਾਰੀ ਮੇਰੀ। ਦਿਵਸ ਰਹਿਣ ਤੇਰੇ ਪਾਓ ਪਲੋਸੋ, ਕੇਸ ਚਵਰ ਕਰ ਫੇਰੀ। ਕੇਸਾ ਕਾ ਕਰ ਬੀਜਣਾ, ਸੰਤ ਚੌਰ ਟੁਲਾਵੋ। ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਜੇ ਕੇਸ ਹੋਣਗੇ ਤਾਂ ਹੀ ਇਹ ਸੱਦਰ ਪੂਰੀ ਹੋਵੇਗੀ, ਐਵੇਂ ਨਹੀਂ। ਗੁਰਮਤ ਵਿੱਚ ਕੇਸਾਂ ਦੀ ਮਹਾਨਤਾ। ਸਿੱਖ ਧਰਮ ਵਿੱਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਸਿਧਾਂਤ ਦੀ ਸਰਬੋਤਮ ਵਡਿਆਈ ਹੈ। ਗੁਰਮਤ ਵਿੱਚ ਕੇਸਾ ਧਾਰੀ ਜਾਂ ਸਾਬਤ ਸੂਰਤ ਰਹਿਣਾ ਸਤਿਗੁਰੂ ਜੀ ਦਾ ਹੁਕਮ ਹੈ। ਸਿੱਖੀ ਅਤੇ ਕੇਸਾਂ ਦਾ ਰਿਸ਼ਤਾ ਆਤਮਾ ਤੇ ਸਰੀਰ ਵਾਲਾ ਹੈ। ਕੇਸ ਗੁਰਸਿੱਖੀ ਦੀ ਨੀਂਹ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਗੁਰਸਿੱਖ ਨੂੰ ਸਾਬਤ ਸੂਰਤ ਦਸਤਾਰ ਸਿਰਾ ਵਾਲਾ ਸਰੂਪ ਧਾਰਨ ਦਾ ਆਦੇਸ਼ ਦਿੱਤਾ ਗਿਆ ਹੈ। ਕੇਸਾਂ ਜਾਂ ਰੋਮਾਂ ਦੀ ਬੇਅਦਬੀ ਕਰਨ ਵਾਲੇ ਨੂੰ ਅਰਥਾਤ ਸਾਬਤ ਸੂਰਤ ਭੰਨਣ ਤੋੜਨ ਵਾਲੇ ਨੂੰ ਬੇਧਰਮਾ ਕਿਹਾ ਗਿਆ ਹੈ। ਮੇਟ ਰਜਾਏ ਜੋ ਸੀਸ ਮੁੰਡਾਵੈ, ਕਹੋ ਤੇ ਜਗ ਕੈਸੇ ਹਰ ਪਾਵੈ। ਰਹਿਤ ਨਾਮਾ ਭਾਈ ਦੇਸਾ ਸਿੰਘ ਜੀ। ਗੁਰਬਾਣੀ ਵਿੱਚ ਭਾਣਾ ਮੰਨਣ ਦਾ ਬਹੁਤ ਜ਼ਰੂਰੀ ਉਪਦੇਸ਼ ਵੀ ਗੁਰਸਿੱਖ ਨੂੰ ਦਿੱਤਾ ਗਿਆ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਅੰਗ 601। ਸਿੱਖ ਇਤਿਹਾਸ ਦੇ ਰਤ ਰੰਗੜੇ ਪੰਨੇ ਸਾਖੀ ਹਨ ਕਿ ਕਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ
ਤਤੀ ਤਵੀ ਤੇ ਚੌਂਕੜਾ ਲਾ ਕੇ ਭਾਣਾ ਮੰਨਣ ਦਾ ਉਪਦੇਸ਼ ਦਿੱਤਾ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਮੇਤ ਕਰੈ ਸੋਈ ਹਮ ਮਾਨਾ, ਮੇਤ ਕੇ ਕਰਤਵ ਕੁਸਲ ਸਮਾਨਾ। ਕੇਸ ਵੀ ਅਕਾਲ ਪੁਰਖ ਦੀ ਬਖਸ਼ਿਸ਼ ਹਨ, ਇਹਨਾਂ ਦੇ ਧਾਰਨੀ ਹੋਣਾ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਹੈ। ਕੇਸਾਂ ਦੇ ਬੇਅਦਬੀ ਪਰਮਾਤਮਾ ਦੀ ਬਖਸ਼ੀ ਅਮਾਨਤ ਵਿੱਚ ਖਿਆਨਤ ਹੈ, ਉਸ ਵੱਲੋਂ ਬੇਮੁਖਤਾ ਹੈ। ਖਾਲਸੇ ਦੇ ਜਨਮ ਅਸਥਾਨ ਨੂੰ ਕੇਸਗੜ੍ਹ ਸਾਹਿਬ ਦਾ ਨਾਮ ਦੇਣਾ ਗੁਰਸਿੱਖੀ ਦੀ ਨੀਂਹ ਹੋਰ ਮਜ਼ਬੂਤ ਕਰਨਾ ਹੈ। ਭਾਵ ਇਹੀ ਹੈ ਕਿ ਹਰੇਕ ਸਿੰਘ ਕੇਸ ਦਾੜੇ ਦਾ ਜ਼ਰੂਰ ਧਾਰਨੀ ਹੋਵੇ। ਇਸ ਦ੍ਰਿੜਤਾ ਦਾ ਸਦਕਾ ਹੀ ਭਾਈ ਤਾਰੂ ਸਿੰਘ ਜਿਹੇ ਯੋਧੇ ਖੋਪਰਾ ਲੁਹਾ ਗਏ, ਭਾਈ ਮਣੀ ਸਿੰਘ ਵਰਗੇ ਸੂਰਬੀਰ ਬੰਦ ਕਟਵਾ ਗਏ, ਪਰ ਕੇਸਗੜ੍ਹ ਵੱਲ ਕਿਸੇ ਨੂੰ ਕੈਰੀ ਅੱਖ ਨਾ ਕਰਨ ਦਿੱਤੀ। ਮੱਕੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਦਿਆਂ ਪੀਰ ਬਹਾਉਦੀਨ ਨੇ ਪ੍ਰਸ਼ਨ ਕੀਤਾ। ਆਖੈ ਪੀਰ ਬਹਾਉਦੀਨ, ਸੁਣੋ ਨਾਨਕ ਸ਼ਾਹੇ, ਹਿੰਦੂ ਮੁਸਲਮਾਨ ਦੋਏ ਦਿੱਤੇ ਨੀ ਮੁੰਡੋ ਉਠਾਏ। ਹੇ ਨਾਨਕ ਸ਼ਾਹ ਜੀ, ਸੁਣਨਾ ਕਰੋ, ਤੁਸੀਂ ਹਿੰਦੂ ਮੁਸਲਮਾਨ ਦੋਵਾਂ ਨੂੰ ਝੂਠਾ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ, ਆਖੀ ਨਾਨਕ ਸ਼ਾਹ ਸੱਚ, ਸੁਨਹੁ ਬਹਾਉਦੀਨ ਪੀਰ, ਹਿੰਦੂ ਮੁਸਲਮਾਨ ਦੋਏ ਸਿਰ ਗੁੰਮ ਥੀਏ ਜਹੀਰ। ਪੀਰ ਬਹਾਉਦੀਨ ਸੁਣੋ, ਅਸੀਂ ਸੱਚ ਕਹਿੰਦੇ ਹਾਂ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਕੇਸ ਮੁਨਾ ਕੇ ਜਹੀਰ ਭਾਵ ਦੁਖੀ ਹੋ ਰਹੇ ਹਨ। ਬਹਾਉਦੀਨ, ਬਾਜੋਂ ਰਾਹ ਸ਼ਰੀਅਤ ਕਦੇ ਪਾਕ ਨਾ ਹੋਏ, ਬਾਜੋਂ ਸੁਨਤ ਆਦਮੀ ਦਰਗਾਹ ਲਏ ਨਾ ਟੋਏ। ਸ਼ਰ੍ਹਾ ਦੇ ਰਸਤੇ ਤੋਂ ਬਿਨਾ ਮਨੁੱਖ ਕਦੇ ਪਵਿੱਤਰ ਨਹੀਂ ਹੋ ਸਕਦਾ ਅਤੇ ਸੁਨਤ ਕਰਾਏ ਬਿਨਾ ਆਦਮੀ ਨੂੰ ਖੁਦਾ ਦੀ ਦਰਗਾਹ ਵਿੱਚ ਢੋਈ ਨਹੀਂ ਮਿਲੇਗੀ। ਗੁਰੂ ਨਾਨਕ ਦੇਵ ਜੀ, ਸੱਚੀ ਸੁਨਤ ਰੱਬ ਦੀ ਮੂਏ ਲੈ ਆਇਆ ਨਾਲ, ਜੋ ਰੱਖੇ ਮੂਏ ਅਮਾਨਤੀ ਸੋ ਖਾਸਾ ਬੰਦਾ ਕਾਲ। ਫਿਰ ਗਿਆ ਦਰਗਾਹ ਵਿੱਚ ਅੱਗੇ ਰੱਖ ਨਿਸ਼ਾਨ, ਹੋਰ ਦਰਗਾਹ ਢੋਈ ਨਾ ਲਹਨ ਜੋ ਰਾਣੈ ਸ਼ੈਤਾਨ। ਅਵਲ ਸੁਨਤ ਮੂਏ ਹੈ, ਸਿਰ ਤੇ ਰੱਖੈ ਜੋਏ, ਪਾਵੈ ਮਰਾਤਵ ਸਈਦੀ। ਵੱਡਾ ਰਖੀਸ਼ਰ ਹੋਏ, ਰੱਖੇ ਮੂਏ ਹਲਾਲ ਖਾਏ, ਨਿਕਟ ਹਰਾਮ ਨਾ ਜਾਏ। ਸਭ ਜਹਾਨ ਦੀ ਕੀ ਚੱਲੇ, ਤਿਸ ਤੇ ਡਰੇ ਖੁਦਾਏ। ਮਨੁੱਖ ਪਰਮੇਸ਼ਰ ਦੀ ਸੱਚੀ ਸੁਨਤ ਕੇਸ ਨਾਲ ਲੈ ਕੇ ਆਇਆ ਹੈ, ਜੋ ਉਹਨਾਂ ਨੂੰ ਅਮਾਨਤ ਸਮਝ ਕੇ ਸੰਭਾਲ ਕੇ ਰੱਖਦਾ ਹੈ। ਉਹ ਮਨੁੱਖ ਚੰਗੀ ਕਮਾਈ ਵਾਲਾ ਹੈ। ਪਹਿਲੀ ਸੁਨਤ ਕੇਸ ਹਨ ਜੋ ਸਿਰ ਤੇ ਰੱਖੇ ਹਨ, ਜਿਸ ਕਰਕੇ ਸਰਦਾਰੀ ਦਾ ਦਰਜਾ ਪਾਈਦਾ ਹੈ ਅਤੇ ਵੱਡਾ ਰਿਖੀਸ਼ਰ ਹੋਈਦਾ ਹੈ। ਕੇਸ ਰੱਖੇ ਤੇ ਧਰਮ ਦੀ ਕਿਰਤ ਕਰਕੇ ਖਾਵੇ, ਹਰਾਮ ਦੀ ਕਮਾਈ ਦੇ ਨੇੜੇ ਨਾ ਜਾਵੇ। ਦੁਨੀਆ ਦੀ ਕੀ ਗੱਲ, ਉਸ ਤੋਂ ਪਰਮਾਤਮਾ ਵੀ ਡਰਦਾ ਹੈ। ਦੁਨੀਆ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਗਏ ਤਾਂ ਬਹਾਵਲਪੁਰ ਦਾ ਉੱਚਦਾ ਪੀਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਿੱਖੀ ਅਸੂਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਸਰੀਰ ਤੋਂ ਰੋਮ ਕਟਾਉਣੇ ਪਾਪ ਸਮਝਿਆ। ਹੁਣ ਤੱਕ ਉਸ ਗੱਦੀ ਦੇ ਪੀਰ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੋਂ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਲਬਾਂ ਕਟਾਉਣੀਆਂ ਜੋ ਮੁਸਲਮਾਨੀ ਸ਼ਰ੍ਹਾ ਮੁਤਾਬਕ ਹੈ, ਉਸ ਦੀ ਉੱਕਾ ਪਰਵਾਹ ਨਹੀਂ ਕਰਦੇ। ਉਹ ਹਰ ਰੋਜ਼ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਚਰਚਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਜੀ ਨੂੰ ਸਮਝਾਉਂਦਿਆਂ ਕਿਹਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਜਨਮ ਸਾਖੀ।
ਸਤਿਗੁਰਾਂ ਨੇ ਕੇਸਾ ਧਾਰੀ ਹੋਣ ਤੇ ਉਚੇਚਾ ਜ਼ੋਰ ਦਿੱਤਾ ਅਤੇ ਗੁਲਾਮੀ ਦੀ ਨਿਸ਼ਾਨੀ ਟੋਪੀ ਲੁਹਾ ਕੇ ਸਿਰ ਦਸਤਾਰ ਸਜਾਈ। ਪਹਿਲਾਂ ਤੁਰਕੀ ਸੱਭਿਆਚਾਰ ਵਿੱਚ ਕੇਸ ਦਾੜੀ ਰੱਖਣ ਦਾ ਵਿਸ਼ੇਸ਼ ਗੌਰਵ ਸੀ ਅਤੇ ਉਹ ਇਹ ਗੌਰਵ ਗੁਲਾਮ ਹਿੰਦੂਆਂ ਵਿੱਚ ਵੇਖਣਾ ਪਸੰਦ ਨਹੀਂ ਸਨ ਕਰਦੇ। ਇਸ ਕਰਕੇ ਮੁਸਲਮਾਨ ਬਾਦਸ਼ਾਹਾਂ ਨੇ ਉਚੇਚੇ ਹੁਕਮ ਜਾਰੀ ਕੀਤੇ। ਸੋ ਕੇਸਾਂ ਦੀ ਮਹਾਨਤਾ ਦਾ ਪ੍ਰਸੰਗ ਅੱਜ ਇੱਥੇ ਹੀ ਸੰਕੋਚਦੇ ਹਾਂ। ਕੱਲ ਫਿਰ ਤੋਂ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਹੀ ਜੋਰ ਹੰਕਾਰ ਬੁਲਨ ਕਾ